ਜੈਨ ਧਰਮ ਅਤੇ ਬੁੱਧ ਧਰਮ। ਜੈਨ ਧਰਮ ਭਾਰਤ ਦਾ ਪ੍ਰਾਚੀਨ, ਸੁਤੰਤਰ ਅਤੇ ਵਿਗਿਆਨਿਕ ਧਰਮ ਹੈ। ਇਸ ਧਰਮ ਦੇ ਪਹਿਲੇ ਸੰਸਥਾਪਕ ਭਗਵਾਨ ਰਿਸ਼ਭਦੇਵ ਸਨ। ਇਹਨਾਂ ਨੂੰ ਤੀਰਥੰਕਰ ਕਿਹਾ ਜਾਂਦਾ ਹੈ। ਜੈਨ ਧਰਮ ਦੇ ਕੁੱਲ 24 ਤੀਰਥੰਕਰ ਹੋਏ ਹਨ। ਭਗਵਾਨ ਪਾਰਸ਼ਵਨਾਥ ਨੂੰ 23ਵੇਂ ਅਤੇ ਭਗਵਾਨ ਮਹਾਵੀਰ ਸਵਾਮੀ ਜੀ ਨੂੰ 24ਵੇਂ ਤੀਰਥੰਕਰ ਹੋਣ ਦਾ ਗੌਰਵ ਪ੍ਰਾਪਤ ਹੈ। 600 ਈਸਵੀ ਪੂਰਵ ਦੇ ਸਮੇਂ ਵਿੱਚ ਜਦੋਂ ਦੂਜਾ ਨਗਰੀਕਰਨ ਹੋਇਆ ਸੀ ਤਾਂ ਉਸ ਸਮੇਂ ਜੋ ਜਾਤੀ ਪ੍ਰਥਾ ਸੀ ਉਹ ਬੜੀ ਕਠੋਰ ਹੋ ਗਈ ਸੀ। ਜੋ ਸ਼ੂਦਰ ਲੋਕ ਸੀ, ਉਹਨਾਂ ਨਾਲ ਬੜਾ ਹੀ ਮਾੜਾ ਵਰਤਾਓ ਕੀਤਾ ਜਾਂਦਾ ਸੀ। ਬ੍ਰਾਹਮਣਾਂ ਦਾ ਬੋਲਬਾਲਾ ਹੋ ਗਿਆ ਸੀ ਅਤੇ ਤਾਂ ਕਰਕੇ ਉਸ ਸਮੇਂ ਸਾਡੇ ਉੱਤਰੀ ਭਾਰਤ ਵਿੱਚ ਦੋ ਮਹਾਨ ਧਰਮ, ਬੁੱਧ ਧਰਮ ਅਤੇ ਜੈਨ ਧਰਮ ਦਾ ਜਨਮ ਹੋਇਆ, ਜਿਨ੍ਹਾਂ ਨੇ ਲੋਕਾਂ ਨੂੰ ਇਹਨਾਂ ਭਿੰਨਤਾਵਾਂ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਤਾਂ ਜੈਨ ਧਰਮ ਭਾਰਤ ਦਾ ਪ੍ਰਾਚੀਨ, ਸੁਤੰਤਰ ਅਤੇ ਵਿਗਿਆਨਿਕ, ਭਾਵ ਇਹ ਵਿਗਿਆਨਿਕ ਤਰਕ ਦੇ ਆਧਾਰ 'ਤੇ ਗੱਲ ਕਰਦਾ, ਇਹ ਮੂਰਤੀ ਪੂਜਾ, ਬੁੱਤ ਪੂਜਾ ਦੇ ਖਿਲਾਫ ਸੀ। ਇਸ ਧਰਮ ਦੇ ਜੋ ਪਹਿਲੇ ਸੰਸਥਾਪਕ ਸਨ ਉਹ ਭਗਵਾਨ ਰਿਸ਼ਭਦੇਵ ਸਨ। ਇਹਨਾਂ ਨੂੰ ਤੀਰਥੰਕਰ ਕਿਹਾ ਜਾਂਦਾ ਹੈ। ਜੈਨ ਧਰਮ ਦੇ ਕੁੱਲ 24 ਤੀਰਥੰਕਰ ਹੋਏ ਹਨ। ਭਗਵਾਨ ਪਾਰਸ਼ਵਨਾਥ ਨੂੰ 23ਵੇਂ ਅਤੇ ਭਗਵਾਨ ਮਹਾਵੀਰ ਸਵਾਮੀ ਜੀ ਨੂੰ 24ਵੇਂ ਤੀਰਥੰਕਰ ਹੋਣ ਦਾ ਗੌਰਵ ਪ੍ਰਾਪਤ ਹੈ। ਜੈਨ ਧਰਮ, ਜੈਨ ਸ਼ਬਦ ਜਿਨ ਸ਼ਬਦ ਤੋਂ ਬਣਿਆ ਹੈ। ਜੋ ਜੈਨ ਸ਼ਬਦ ਹੈ ਇਹ ਜਿਨ ਸ਼ਬਦ ਤੋਂ ਬਣਿਆ ਹੈ। ਇਸ ਦਾ ਅਰਥ ਹੈ ਜੇਤੂ। ਜਿਨ ਦਾ ਅਰਥ ਹੈ ਜੇਤੂ। ਮਹਾਵੀਰ ਸਵਾਮੀ ਲਈ ਜਿਨ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਸੀ, ਭਾਵ ਉਹਨਾਂ ਨੇ ਸਾਰੀਆਂ ਆਪਣੀਆਂ ਇੰਦਰੀਆਂ 'ਤੇ ਜਿੱਤ ਪ੍ਰਾਪਤ ਕਰ ਲਈ ਹੈ। ਮਹਾਵੀਰ ਸਵਾਮੀ ਲਈ ਜਿਨ ਸ਼ਬਦ ਦਾ ਪ੍ਰਯੋਗ ਕੀਤਾ ਗਿਆ, ਜਿਸ ਦਾ ਮਤਲਬ ਹੈ ਉਹਨਾਂ ਨੇ ਆਪਣੀਆਂ ਇੰਦਰੀਆਂ 'ਤੇ ਜਿੱਤ ਪ੍ਰਾਪਤ ਕਰ ਲਈ। ਭਾਰਤੀ ਇਤਿਹਾਸ ਦਾ 600 ਈਸਵੀ ਪੂਰਵ ਦਾ ਸਮਾਂ ਬਹੁਤ ਮਹੱਤਵਪੂਰਨ ਹੈ। ਇਸ ਕਾਲ ਵਿੱਚ ਭਗਵਾਨ ਮਹਾਵੀਰ ਸਵਾਮੀ ਜੀ ਦਾ ਜਨਮ ਵਿਸ਼ਾਲੀ ਦੇ ਨੇੜੇ ਕੁੰਡਨਪੁਰ ਨਗਰ, ਵਰਤਮਾਨ ਬਿਹਾਰ ਸਟੇਟ ਦੇ ਵਿੱਚ ਹੋਇਆ। ਵਿਸ਼ਾਲੀ ਦੇ ਨੇੜੇ ਕੁੰਡਨਪੁਰ ਨਗਰ ਦਾ ਨਾਂ ਵਿਸ਼ਾਲੀ ਦੇ ਨੇੜੇ ਵਰਤਮਾਨ ਬਿਹਾਰ ਵਿੱਚ ਹੋਇਆ ਸੀ। ਅਤੇ ਮਹਾਵੀਰ ਦਾ ਜੇ ਪੂਰਾ ਯਾਦ ਕਰਨਾ ਗਾ ਤਾਂ ਯਾਦ ਅਸੀਂ ਕਿਵੇਂ ਕਰ ਸਕਦੇ ਹਾਂ? ਮਹਾਵੀਰ ਵੱਡਾ, ਮਹਾ ਹੋ ਗਿਆ ਵਿਸ਼ਾਲ ਤੋਂ ਬਣ ਗਿਆ ਵਿਸ਼ਾਲੀ ਦੇ ਨੇੜੇ ਕੁੰਡ ਕੀ ਹੁੰਦਾ? ਵੱਡਾ ਹਵਨ ਕੁੰਡ, ਵੱਡਾ ਵਿਸ਼ਾਲ, ਮਹਾ। ਤਾਂ ਯਾਦ ਕਰ ਸਕਦੇ ਮਹਾਵੀਰ ਦਾ ਜਨਮ ਕਿੱਥੇ ਹੋਇਆ ਸੀ? ਵਿਸ਼ਾਲੀ ਦੇ ਨੇੜੇ ਕੁੰਡਨਪੁਰ, ਜੋ ਕਿ ਵਰਤਮਾਨ ਬਿਹਾਰ ਵਿੱਚ ਹੋਇਆ ਸੀ। ਇਹਨਾਂ ਦੇ ਪਿਤਾ ਦਾ ਨਾਮ ਰਾਜਾ ਸਿਧਾਰਥ ਅਤੇ ਮਾਤਾ ਦਾ ਨਾਮ ਤ੍ਰਿਚਲਾ ਰਾਣੀ ਸੀ। 30 ਸਾਲਾਂ ਤੱਕ ਇਹ ਗ੍ਰਹਿਸਥੀ ਜੀਵਨ ਵਿੱਚ ਰਹੇ ਅਤੇ ਬਾਅਦ ਵਿੱਚ ਇਹਨਾਂ ਨੇ ਆਪਣੇ ਮਾਤਾ ਪਿਤਾ ਦੀ ਮੌਤ ਹੋ ਜਾਣ ਪਿੱਛੋਂ ਆਪਣੇ ਭਰਾ ਨੰਦੀਵਰਨ ਤੋਂ ਇਜਾਜ਼ਤ ਲੈ ਕੇ ਰਾਜਪਾਟ ਅਤੇ ਸਾਰੇ ਸੁੱਖ ਸਾਧਨਾਂ ਦਾ ਤਿਆਗ ਕਰਕੇ ਸੰਯਮ ਦੇ ਮਾਰਗ ਉੱਤੇ ਚੱਲ ਪਏ ਸਨ। ਇਹਨਾਂ ਦਾ ਜਨਮ ਹੋਇਆ ਸੀਗਾ ਜੰਤਰਕ ਕਬੀਲੇ ਦੇ ਵਿੱਚ, ਭਾਵ ਜੰਤਰਕ ਇਹਨਾਂ ਦਾ ਹੋ ਸੀ। 12 ਸਾਲ 6 ਮਹੀਨੇ ਅਤੇ 15 ਦਿਨਾਂ ਤੱਕ ਕਠੋਰ ਤਪ ਕਰਨ ਪਿੱਛੋਂ ਉਹਨਾਂ ਨੂੰ ਕੇਵਲਿਆ ਹੁੰਦਾ ਗਾ ਮਹਾਨ ਪ੍ਰਾਪਤੀ, ਕੇਵਲਿਆ ਗਿਆਨ ਦੀ ਪ੍ਰਾਪਤ ਹੋਈ, ਜਿਸ ਦਾ ਭਾਵ ਹੈ ਬ੍ਰਹਿਮੰਡ ਦਾ ਸੰਪੂਰਨ ਗਿਆਨ, ਪੂਰੇ ਬ੍ਰਹਿਮੰਡ ਦਾ ਸੰਪੂਰਨ ਗਿਆਨ। ਉਹ ਹੁਣ ਵੀਤਰਾਗ, ਜਿਨ ਅਤੇ ਜੇਤੂ ਕਹਾਉਣ ਲੱਗੇ। ਸਵਾਮੀ ਮਹਾਵੀਰ ਜੀ ਨੇ ਲਗਭਗ 72 ਸਾਲਾਂ ਦੀ ਉਮਰ ਵਿੱਚ ਪਾਵਾਪੁਰੀ ਨਗਰ ਵਿੱਚ ਨਿਰਵਾਣ ਪ੍ਰਾਪਤ ਕੀਤਾ, ਮੋਕਸ਼ ਪ੍ਰਾਪਤ ਕੀਤਾ। 72 ਸਾਲਾਂ ਦੀ ਉਮਰ ਵਿੱਚ ਇਹਨਾਂ ਦੀ ਡੈਥ ਹੋ ਗਈ। ਜੈਨ ਧਰਮ ਦੇ ਪ੍ਰਮੁੱਖ ਸਿਧਾਂਤ। ਜੈਨ ਧਰਮ ਦੇ 5 ਪ੍ਰਮੁੱਖ ਸਿਧਾਂਤ ਹਨ। ਅਹਿੰਸਾ, ਕਿਸੇ ਜੀਵ ਦੀ ਹੱਤਿਆ ਨਹੀਂ ਕਰਨੀ। ਅਹਿੰਸਾ, ਸੱਚ, ਸਦਾ ਸੱਚ ਬੋਲਣਾ। ਅਸੱਤਿਆ, ਕਦੇ ਝੂਠ ਨਹੀਂ ਬੋਲਣਾ। ਬ੍ਰਹਮਚਰਿਆ, ਸੰਯਮ ਪੂਰਵਕ ਜੀਵਨ ਬਤੀਤ ਕਰਨਾ, ਭਾਵ ਸੰਨਿਆਸੀ ਬਣ ਕੇ ਜੀਵਨ। ਅਪਰਗ੍ਰਹਿ, ਜ਼ਰੂਰਤ ਨਾਲੋਂ ਜ਼ਿਆਦਾ ਇਕੱਠਾ ਨਾ ਕਰਨਾ, ਭਾਵ ਜਿੰਨੀ ਸਾਨੂੰ ਜ਼ਰੂਰਤ ਹੈ ਉਨਾ ਹੀ ਰੱਖਣਾ, ਉਸ ਤੋਂ ਜ਼ਿਆਦਾ ਆਪਣੇ ਕੋਲ ਜ਼ਿਆਦਾ ਇਕੱਠ ਨਾ ਕਰਨਾ। ਇਹ 5 ਜੈਨ ਬਿਲੀਵਸ ਇਨ ਮੇਨ 5 ਡਾਕਟਰਾਈਨਸ, 5 ਸਿਧਾਂਤ ਸੀ ਇਹਦੇ।
ਅਹਿੰਸਾ, ਸੱਚ, ਅਸੱਤਿਆ, ਬ੍ਰਹਮਚਰਿਆ, ਅਪਰਿਗ੍ਰਹਿ। ਜੈਨ ਧਰਮ ਹਰੇਕ ਜੀਵ ਵਿੱਚ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰਦਾ ਹੈ, ਭਾਵ ਇਹ ਪਰਮਾਤਮਾ ਨੂੰ ਮੰਨਦਾ ਹੈ। ਜੈਨ ਧਰਮ ਭਾਵ ਨਾਸਤਿਕ ਨਹੀਂ ਹੈ, ਇਹ ਆਸਤਿਕ ਹੈ। ਇਹ ਪਰਮਾਤਮਾ ਦੀ ਹੋਂਦ ਨੂੰ ਮੰਨਦਾ ਹੈ। ਪ੍ਰਿਥਵੀ, ਪਾਣੀ, ਹਵਾ, ਅੱਗ ਅਤੇ ਸਾਰੀ ਬਨਸਪਤੀ ਵਿੱਚ ਆਤਮਾ ਦਾ ਨਿਵਾਸ ਹੁੰਦਾ ਹੈ। ਇਹ ਕਹਿੰਦੇ ਹਨ ਕਿ ਵੀ ਹਰੇਕ ਥਾਂ 'ਤੇ ਆਤਮਾ ਦਾ ਨਿਵਾਸ ਹੈ। ਇਹ ਧਰਮ ਬਨਸਪਤੀ ਦੀ ਰੱਖਿਆ ਅਤੇ ਵਾਤਾਵਰਨ ਦੀ ਰੱਖਿਆ ਦੇ ਪੱਖ ਵਿੱਚ ਹੈ। ਇਹਨਾਂ ਦਾ ਵਿਸ਼ਵਾਸ ਹੈ ਕਿ ਹਰੇਕ ਆਤਮਾ ਆਪਣੇ ਚੰਗੇ ਕਰਮਾਂ ਕਾਰਨ ਈਸ਼ਵਰ ਨੂੰ ਪ੍ਰਾਪਤ ਕਰ ਸਕਦੀ ਹੈ। ਸੱਚੀ ਸ਼ਰਧਾ, ਸੱਚਾ ਗਿਆਨ ਅਤੇ ਸੱਚੇ ਆਚਰਣ ਦੀ ਪੂਜਾ ਦੁਆਰਾ ਨਿਰਵਾਣ ਪ੍ਰਾਪਤ ਕੀਤਾ ਜਾ ਸਕਦਾ ਹੈ। ਜੇਕਰ ਯਾਦ ਕਰਨਾ KFC ਕੀ ਹੋ ਗਿਆ? ਨੌਲੇਜ, ਰਾਈਟ ਨੌਲੇਜ। F ਹੋ ਗਿਆ ਰਾਈਟ ਫੇਥ। C ਤੇ ਹੋ ਗਿਆ ਰਾਈਟ ਕੰਡਕਟ। KFC ਆਮ ਤੌਰ 'ਤੇ ਅਸੀਂ ਜਾਣਦੇ ਹਾਂ, ਯਾਦ ਕਰ ਸਕਦੇ ਹਾਂ, ਜਿਨ੍ਹਾਂ ਨੂੰ ਇਹ ਤ੍ਰਿਰਤਨ ਕਹਿੰਦੇ ਸਨ। ਤ੍ਰਿਰਤਨ ਤੋਂ ਬਣ ਗਿਆ, ਯਾਦ ਕਰਨਾ ਤਾਂ KFC, ਨੌਲੇਜ, ਫੇਥ ਐਂਡ ਕੰਡਕਟ। ਤਿੰਨਾਂ ਨਾਲ ਅਸੀਂ ਨਿਰਵਾਣ, ਅਸੀਂ ਮੋਕਸ਼ ਨੂੰ ਪ੍ਰਾਪਤ ਕਰ ਸਕਦੇ ਹਾਂ। 5 ਸਿਧਾਂਤ ਸਨ: ਅਹਿੰਸਾ, ਸੱਚ, ਅਸੱਤਿਆ, ਬ੍ਰਹਮਚਰਿਆ ਅਤੇ ਅਪਰਿਗ੍ਰਹਿ। ਇਹ ਆਪ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰਦਾ ਹੈ। ਹਰੇਕ ਜੀਵ ਦੇ ਵਿੱਚ, ਹਰੇਕ ਬਨਸਪਤੀ ਦੇ ਕਣ ਵਿੱਚ ਆਤਮਾ ਨੂੰ ਮੰਨਦਾ ਹੈ ਅਤੇ ਹਰੇਕ ਆਤਮਾ ਚੰਗੇ ਕਰਮਾਂ ਨਾਲ ਈਸ਼ਵਰ ਨੂੰ ਪ੍ਰਾਪਤ ਕਰ ਸਕਦੀ ਹੈ। ਪਰ ਜੇਕਰ ਚੰਗੇ ਕਰਮ ਕਰਾਂਗੇ ਤਾਂ ਅਸੀਂ ਈਸ਼ਵਰ ਨੂੰ ਪ੍ਰਾਪਤ ਕਰ ਸਕਦੇ ਹਾਂ। KFC, ਰਾਈਟ ਨੌਲੇਜ, ਰਾਈਟ ਫੇਥ, ਰਾਈਟ ਕੰਡਕਟ ਦੁਆਰਾ ਅਸੀਂ ਨਿਰਵਾਣ ਨੂੰ ਪ੍ਰਾਪਤ ਕਰ ਸਕਦੇ ਹਾਂ, ਜਿਨ੍ਹਾਂ ਨੂੰ ਜੈਨ ਧਰਮ ਦੇ ਵਿੱਚ ਤ੍ਰਿਰਤਨ ਕਿਹਾ ਜਾਂਦਾ ਹੈ। ਕੁਐਸਚਨ ਇਹ ਵੀ ਆ ਸਕਦਾ ਵੀ ਇਹ ਕਿਹੜੇ ਨੇ? ਇਹ ਸਿੱਧਾ ਕੁਐਸਚਨ ਆ ਸਕਦਾ ਤ੍ਰਿਰਤਨ ਕਿਸ ਧਰਮ ਨਾਲ ਸੰਬੰਧਿਤ ਹੈ? ਜੈਨ ਧਰਮ ਨਾਲ। ਜੈਨ ਧਰਮ ਦੀਆਂ 2 ਸੰਪਰਦਾਵਾਂ ਹਨ, ਦਿਗੰਬਰ ਅਤੇ ਸ਼ਵੇਤਾਂਬਰ। ਦਿਗੰਬਰ ਮੁਨੀ ਕੱਪੜੇ ਨਹੀਂ ਪਹਿਨਦੇ, ਤਾਂ ਦਿਗੰਬਰ ਇਹ ਨੰਗੇ ਰਹਿੰਦੇ ਹਨ। ਸ਼ਵੇਤ ਹੁੰਦਾ ਚਿੱਟਾ। ਸ਼ਵੇਤਾਂਬਰ ਮੁਨੀ ਚਿੱਟੇ ਕੱਪੜੇ ਪਹਿਨਦੇ ਹਨ। ਜੈਨ ਧਰਮ ਦੇ ਅਨਿਆਈ ਸ਼ਾਕਾਹਾਰੀ ਹੁੰਦੇ ਹਨ, ਭਾਵ ਇਹ ਜੀਵ ਹੱਤਿਆ ਨਹੀਂ ਕਰਦੇ, ਇਹ ਮਾਸਾਹਾਰ ਨਹੀਂ ਕਰਦੇ। ਬੁੱਧ ਧਰਮ 6ਵੀਂ ਸਦੀ ਈਸਵੀ ਪੂਰਵ ਵਿੱਚ ਕੁਝ ਮਹੱਤਵਪੂਰਨ ਧਾਰਮਿਕ ਅੰਦੋਲਨ ਸ਼ੁਰੂ ਹੋਏ ਸਨ, ਕਿਉਂਕਿ ਉਸ ਸਮੇਂ ਜਾਤੀ ਪ੍ਰਥਾ ਬਹੁਤ ਕਠੋਰ ਹੋ ਗਈ ਸੀ। ਚੀਨ ਵਿੱਚ ਇਸ ਸਮੇਂ ਇੱਕ ਮਹਾਨ ਧਾਰਮਿਕ ਚਿੰਤਕ ਕਨਫਿਊਸ਼ੀਅਸ ਨੇ ਪ੍ਰਚਾਰ ਕੀਤਾ ਸੀ। ਭਾਰਤ ਵਿੱਚ 2 ਮਹਾਨ ਧਰਮ, ਬੁੱਧ ਧਰਮ ਅਤੇ ਜੈਨ ਧਰਮ ਦੀ ਨੀਂਹ ਵੀ ਇਸੇ ਸਮੇਂ ਵਿੱਚ ਰੱਖੀ ਗਈ ਸੀ। ਇਹਨਾਂ ਵਿੱਚੋਂ ਬੁੱਧ ਧਰਮ ਬਹੁਤ ਲੋਕਪ੍ਰਿਯ ਹੋਇਆ, ਕਿਉਂਕਿ ਜੋ ਬੁੱਧ ਧਰਮ ਦੇ ਸਿਧਾਂਤ ਸਨ ਉਹ ਬੜੇ ਸੌਖੇ ਅਤੇ ਸਰਲ ਸਨ ਅਤੇ ਹਰੇਕ ਵਿਅਕਤੀ ਨੂੰ ਅਪਣਾਉਣਾ ਉਹ ਸੌਖੇ ਸਨ। ਇਸ ਦਾ ਪ੍ਰਚਾਰ ਸੰਸਾਰ ਦੇ ਬਹੁਤ ਸਾਰੇ ਭਾਗਾਂ ਵਿੱਚ ਹੋਇਆ। ਇਸ ਧਰਮ ਦੇ ਸੰਸਥਾਪਕ ਗੌਤਮ ਬੁੱਧ, ਜਿਸ ਤਰ੍ਹਾਂ ਜੈਨ ਧਰਮ ਦੇ ਸੰਸਥਾਪਕ ਸਨ ਰਿਸ਼ਭਦੇਵ ਅਤੇ 24ਵੇਂ ਤੀਰਥੰਕਰ ਸਨ ਮਹਾਵੀਰ, ਤਾਂ ਬੁੱਧ ਧਰਮ ਦੇ ਸੰਸਥਾਪਕ ਗੌਤਮ ਬੁੱਧ, ਜਿਨ੍ਹਾਂ ਦਾ ਅਸਲ ਨਾਂ ਸਿਧਾਰਥ ਸੀ, ਉਹ ਮਹਾਤਮਾ ਬੁੱਧ ਦੇ ਨਾਮ ਨਾਲ ਪ੍ਰਸਿੱਧ ਹੋਏ, ਜਿਹੜਾ ਕਿ ਉਹਨਾਂ ਨੂੰ ਗਿਆਨ ਪ੍ਰਾਪਤੀ ਦੇ ਬਾਅਦ ਦਿੱਤਾ ਗਿਆ। ਇਹਨਾਂ ਦਾ ਮੁੱਢਲਾ ਬਚਪਨ ਦਾ ਨਾਮ ਗੌਤਮ ਬੁੱਧ ਸੀ। ਗੌਤਮ ਬੁੱਧ ਧਰਮ ਦੇ ਸੰਸਥਾਪਕ ਗੌਤਮ ਬੁੱਧ, ਜਿਨ੍ਹਾਂ ਦਾ ਅਸਲ ਨਾਮ ਸੀ ਸਿਧਾਰਥ। ਬੁੱਧ ਇਹਨਾਂ ਨੂੰ ਕਦੋਂ ਪ੍ਰਾਪਤ ਹੋਇਆ? ਬੁੱਧ ਇਹਨਾਂ ਨੂੰ ਗਿਆਨ ਪ੍ਰਾਪਤੀ ਤੋਂ ਬਾਅਦ ਪ੍ਰਾਪਤ ਹੋਇਆ। ਬੁੱਧ ਦਾ ਅਰਥ ਹੈ ਗਿਆਨਵਾਨ ਪੁਰਸ਼, ਸੂਝਵਾਨ ਪੁਰਸ਼। ਸਿਧਾਰਥ ਦਾ ਜਨਮ ਸ਼ਕ ਰਾਜਵੰਸ਼, ਮਹਾਵੀਰ ਸਵਾਮੀ ਦਾ ਹੋਇਆ ਸੀ ਜਾਂਤਰਿਕ ਰਾਜਵੰਸ਼ ਵਿੱਚ, ਅਤੇ ਇਹਨਾਂ ਦਾ ਸ਼ਕ ਰਾਜਵੰਸ਼ ਵਿੱਚ ਨੇਪਾਲ ਦੀ ਤਰਾਈ ਵਿੱਚ ਲੂੰਬਣੀ ਨਾਂ ਦੇ ਪਿੰਡ ਵਿੱਚ ਹੋਇਆ ਸੀ। ਜਿਵੇਂ ਉਹਨਾਂ ਦਾ ਸੀ ਵੱਡਾ ਵਿਸ਼ਾਲੀ ਕੁੰਡਨਪੁਰ, ਅਤੇ ਇਹਨਾਂ ਦਾ ਹੋਇਆ ਸੀਗਾ ਸ਼ਕ ਰਾਜਵੰਸ਼ ਵਿੱਚ ਨੇਪਾਲ ਦੀ ਤਰਾਈ ਵਿੱਚ ਲੂੰਬਣੀ ਨਾਂ ਦੇ ਪਿੰਡ ਵਿੱਚ। ਉਹਨਾਂ ਦੇ ਪਿਤਾ ਦਾ ਨਾਂ ਸੀਗਾ ਸੁਧੋਦਨ। ਇਹਨਾਂ ਦੇ ਪਿਤਾ ਸੁਧੋਦਨ ਦੀ ਰਾਜਧਾਨੀ ਸੀ ਕਪਿਲਵਸਤੂ। ਉਹਨਾਂ ਦੇ ਜਨਮ ਤੋਂ ਛੇਤੀ ਪਿੱਛੋਂ ਹੀ ਇਹਨਾਂ ਦੀ ਮਾਤਾ ਮਹਾਮਾਇਆ ਦਾ ਦੇਹਾਂਤ ਹੋ ਗਿਆ ਸੀ। ਉਹਨਾਂ ਦੀ ਮਾਤਾ ਦਾ ਨਾਮ ਸੀਗਾ ਤ੍ਰਿਸ਼ਲਾ, ਅਤੇ ਮਹਾਤਮਾ ਬੁੱਧ ਦੀ ਮਾਤਾ ਦਾ ਨਾਮ ਸੀਗਾ ਮਹਾਮਾਇਆ, ਜੋ ਕਿ ਇਹਨਾਂ ਦੇ ਜਨਮ ਤੋਂ ਤੁਰੰਤ ਬਾਅਦ ਹੀ ਉਹਨਾਂ ਦੀ ਮੌਤ ਹੋ ਗਈ ਸੀ। ਉਹਨਾਂ ਦਾ ਪਾਲਣ ਪੋਸ਼ਣ ਇਹਨਾਂ ਦੀ ਮਾਸੀ ਨੇ ਕੀਤਾ ਸੀ, ਅਤੇ ਇਹਨਾਂ ਦਾ ਪਾਲਣ ਪੋਸ਼ਣ ਇੱਕ ਰਾਜਕੁਮਾਰ ਦੀ ਤਰ੍ਹਾਂ ਕੀਤਾ ਗਿਆ। ਉਹਨਾਂ ਦਾ ਵਿਆਹ ਇੱਕ ਸੁੰਦਰ
ਰਾਜਕੁਮਾਰੀ ਯਸ਼ੋਧਰਾ। ਸਵਾਮੀ ਮਹਾਵੀਰ ਦਾ ਜਨਮ ਹੋਇਆ ਸੀਗਾ, ਸਵਾਮੀ ਮਹਾਵੀਰ ਦਾ ਵਿਆਹ ਹੋਇਆ ਸੀਗਾ ਯਸ਼ੋਦਾ ਨਾਲ ਅਤੇ ਗੌਤਮ ਬੁੱਧ ਦਾ ਹੋਇਆ ਸੀਗਾ ਯਸ਼ੋਧਰਾ ਨਾਲ। ਉਹ ਤਾਂ ਯਸ਼ੋਦਾ ਯਾਦ ਰੱਖ ਲੈਣਾ, ਅਤੇ ਗੌਤਮ ਬੁੱਧ ਦਾ ਵਿਆਹ ਹੋਇਆ ਸੀਗਾ ਯਸ਼ੋਧਰਾ ਨਾਲ। ਯਸ਼ੋਦਾ ਅਤੇ ਯਸ਼ੋਧਰਾ। ਉਹਨਾਂ ਦੇ ਘਰ ਰਾਹੁਲ ਦੇ ਨਾਂ ਦੇ ਪੁੱਤਰ ਨੇ ਜਨਮ ਲਿਆ। ਗੌਤਮ ਬੁੱਧ ਸ਼ੁਰੂ ਤੋਂ ਹੀ ਭਾਵੁਕ ਅਤੇ ਮੌਨ ਰਹਿਣ ਵਾਲੇ ਵਿਅਕਤੀ ਸਨ। ਇੱਕ ਵਾਰ ਉਹਨਾਂ ਨੇ 4 ਦ੍ਰਿਸ਼ ਦੇਖੇ। ਕਿਹੜੇ? ਇੱਕ ਬਿਮਾਰ ਆਦਮੀ, ਫਿਰ ਇੱਕ ਬੁੱਢਾ ਆਦਮੀ, ਫਿਰ ਇੱਕ ਮੁਰਦਾ ਅਤੇ ਇੱਕ ਸਾਧੂ। ਇਹਨਾਂ 4 ਦ੍ਰਿਸ਼ਾਂ ਨੂੰ ਦੇਖ ਕੇ ਉਹ ਬੜੇ ਭਾਵੁਕ ਹੋਏ। ਭਾਵ ਕਿ ਵਿਅਕਤੀ ਨੇ ਬਿਮਾਰ ਵੀ ਹੋਣਾ, ਫਿਰ ਵਿਅਕਤੀ ਨੇ ਬਜ਼ੁਰਗ ਵੀ ਹੋਣਾ, ਅਤੇ ਫਿਰ ਵਿਅਕਤੀ ਦੀ ਮੌਤ ਹੋ ਜਾਣੀ ਆ। ਅਤੇ ਉਹਨਾਂ ਨੇ ਚੌਥਾ ਦ੍ਰਿਸ਼ ਦੇਖਿਆ ਸੀ ਇੱਕ ਸਾਧੂ ਜੋ ਕਿ ਮਸਤ ਸੀ। ਸੰਸਾਰ ਵਿੱਚ ਇੰਨੇ ਦੁੱਖ ਦੇਖ ਕੇ ਉਹਨਾਂ ਦਾ ਮਨ ਅਸ਼ਾਂਤ ਹੋ ਗਿਆ। ਉਹਨਾਂ ਨੇ 29, ਮਹਾਵੀਰ ਨੇ 30 ਸਾਲ ਦੀ ਅਤੇ ਇਹਨਾਂ ਨੇ 29 ਸਾਲ ਦੀ ਉਮਰ ਵਿੱਚ ਜੀਵਨ ਦੇ ਸੱਚੇ ਆਨੰਦ ਦੀ ਖੋਜ ਕਰਨ ਲਈ ਘਰ ਦਾ ਤਿਆਗ ਕਰ ਦਿੱਤਾ। ਕਾਫੀ ਸਮੇਂ ਤੱਕ ਥਾਂ 'ਤੇ ਘੁੰਮਣ ਅਤੇ ਕਠੋਰ ਤਪੱਸਿਆ ਕਰਨ ਤੋਂ ਬਾਅਦ ਬਿਹਾਰ ਵਿੱਚ ਬੋਧ ਗਿਆ ਭਾਵ ਬੁੱਧ। ਜੇ ਭੁੱਲ ਜਾਓ ਤਾਂ ਮਹਾਤਮਾ ਬੁੱਧ ਨਾਲ ਜੋੜ ਲਿਓ। ਬੋਧ ਗਿਆ ਵਿੱਚ ਇੱਕ ਪਿੱਪਲ ਦੇ ਦਰਖਤ ਹੇਠਾਂ ਤਪੱਸਿਆ ਕਰਦੇ ਹੋਏ ਗੌਤਮ ਨੂੰ ਗਿਆਨ ਦੀ ਪ੍ਰਾਪਤੀ ਹੋਈ। ਹੁਣ ਉਹ ਬੁੱਧ ਅਖਵਾਉਣ ਲੱਗੇ, ਤਾਂ ਬੁੱਧ ਨਾਲ ਜੋੜ ਲਿਓ। ਬੋਧ ਹੋ ਗਿਆ ਬੋਧ ਗਿਆ। ਬੁੱਧ 3 ਬੱਬੇ, ਬੁੱਧ, ਬੋਧ ਅਤੇ ਵਿਹਾਰ। ਬੁੱਧ, ਬੋਧ, ਵਿਹਾਰ। ਬੁੱਧ ਨੂੰ ਕਿੱਥੇ ਬੋਧ ਹੋਇਆ? ਬੋਧ ਗਿਆ 'ਚ। ਬੋਧ ਗਿਆ ਕਿੱਥੇ ਆ? ਬਿਹਾਰ 'ਚ। 3 ਬੱਬੇ। ਬੁੱਧ ਨੇ ਚੌਥਾ ਬੱਬੇ ਤੋਂ ਵਾਹਵਾ ਪਹਿਲਾ ਪ੍ਰਚਾਰ। ਬੁੱਧ ਨੇ ਵਾਰਾਣਸੀ, ਦੇਖੋ ਪਹਿਲਾਂ ਬੁੱਧ, ਬੋਧ ਗਿਆ। ਬੋਧ ਕਿੱਥੇ ਹੋਇਆ? ਬੋਧ ਗਿਆ 'ਚ। ਬੋਧ ਗਿਆ ਕਿੱਥੇ ਆ? ਬਿਹਾਰ 'ਚ। ਤਾਂ ਪਹਿਲਾ ਪ੍ਰਵਚਨ ਵਾਰਾਣਸੀ, ਬੱਬਾ ਵਾਹਵਾ। ਬੁੱਧ ਨੇ ਵਾਰਾਣਸੀ ਦੇ ਨੇੜੇ ਸਾਰਨਾਥ ਵਿੱਚ 5 ਭਿਕਸ਼ੂਆਂ ਨੂੰ ਆਪਣਾ ਪਹਿਲਾ ਉਪਦੇਸ਼ ਦਿੱਤਾ, ਫਸਟ ਸਰਮਨ। ਇਸ ਤੋਂ ਪਿੱਛੇ ਉਹਨਾਂ ਨੇ ਆਪਣਾ ਸਾਰਾ ਜੀਵਨ ਲੋਕਾਂ ਨੂੰ ਧਰਮ ਦਾ ਉਪਦੇਸ਼ ਦੇਣ ਵਿੱਚ ਬਤੀਤ ਕੀਤਾ। ਉਹਨਾਂ ਦੀਆਂ ਸਿੱਖਿਆ ਜੋ ਬੁੱਧ ਧਰਮ ਦਾ ਮੁੱਖ ਸਿਧਾਂਤ ਹਨ, ਸਰਲ ਪਰੰਤੂ ਅਰਥਪੂਰਨ ਹਨ। ਭਾਵ ਬਿਲਕੁਲ ਸੌਖੀਆਂ ਨੇ, ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲੀਆਂ ਨੇ ਅਤੇ ਆਮ ਲੋਕਾਂ ਦੀ ਭਾਸ਼ਾ ਵਿੱਚ ਹਨ। ਉਹਨਾਂ ਨੇ 4 ਮਹਾਨ ਸੱਚਾਈਆਂ ਬਾਰੇ ਦੱਸਿਆ। ਸੰਸਾਰ ਦੁੱਖਾਂ ਦਾ ਘਰ ਹੈ। ਦੁੱਖਾਂ ਦਾ ਕਾਰਨ ਕੀ ਹੈਗਾ? ਸਾਡੀ ਇੱਛਾ। ਉਹ ਕਹਿੰਦੇ ਵੀ ਜਿਹੜਾ ਸੰਸਾਰ ਆ ਉਹ ਦੁੱਖਾਂ ਦਾ ਘਰ ਆ। ਦੁੱਖਾਂ ਦਾ ਕਾਰਨ ਕੀ ਆ? ਸਾਡੀ ਇੱਛਾ। ਇੱਛਾਵਾਂ 'ਤੇ ਕਾਬੂ ਪਾਉਣ ਨਾਲ ਦੁੱਖਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇੱਛਾ ਦਾ ਦਮਨ ਕਿਵੇਂ ਕਰਾਂਗੇ? ਫਿਰ ਅਸੀਂ ਅਸ਼ਟਮਾਰਗ, ਉਹਨਾਂ ਨੇ ਇੱਕ ਅਸ਼ਟਮਾਰਗ ਦਿੱਤਾ। ਉਹਨਾਂ ਨੂੰ ਉਸ ਅਸ਼ਟਮਾਰਗ ਨੂੰ ਅਪਣਾ ਕੇ ਅਸੀਂ ਦੁੱਖਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਸਭ ਤੋਂ ਪਹਿਲਾਂ ਸੰਸਾਰ ਦੁੱਖਾਂ ਦਾ ਘਰ ਹੈ। ਦੁੱਖਾਂ ਦਾ ਕਾਰਨ ਕੀ ਹੈ? ਸਾਡੀ ਇੱਛਾਵਾਂ। ਜੇ ਇੱਛਾਵਾਂ 'ਤੇ ਕਾਬੂ, ਭਾਵ ਇੱਛਾਵਾਂ ਨੂੰ ਦਬਣਾ ਨਹੀਂ, ਦਮਨ ਨਹੀਂ ਕਰਨਾ, ਇੱਛਾਵਾਂ 'ਤੇ ਕਾਬੂ ਪਾ ਲਾਂਗੇ ਤਾਂ ਦੁੱਖਾਂ ਤੋਂ ਛੁਟਕਾਰਾ ਮਿਲ ਜੂ। ਅਤੇ ਫਿਰ ਕਾਬੂ ਕਿਵੇਂ ਪਾਵਾਂਗੇ? ਅਸ਼ਟਮਾਰਗ ਦੁਆਰਾ। ਅਸ਼ਟਮਾਰਗ ਕੀ ਸੀ? ਸੱਚੀ ਦ੍ਰਿਸ਼ਟੀ ਹੋਵੇ ਸਾਡਾ, ਸੱਚਾ ਸੰਕਲਪ ਹੋਵੇ, ਸੱਚਾ ਵਚਨ ਹੋਵੇ, ਸੱਚਾ ਕਰਮ ਹੋਵੇ, ਸੱਚਾ ਰਹਿਣ ਸਹਿਣ ਹੋਵੇ, ਸੱਚਾ ਯਤਨ ਹੋਵੇ, ਸੱਚੀ ਸਮ੍ਰਿਤੀ ਹੋਵੇ, ਸੱਚਾ ਧਿਆਨ। ਇਸ ਸਦਾਚਾਰ ਦੇ ਮਾਰਗ 'ਤੇ ਚੱਲ ਕੇ ਦੁੱਖਾਂ ਤੋਂ ਛੁਟਕਾਰਾ ਪਾਇਆ ਅਤੇ ਨਿਰਵਾਣ ਪ੍ਰਾਪਤ ਕੀਤਾ ਜਾ ਸਕਦਾ ਹੈ। ਭਾਵ ਇਸ ਤਰ੍ਹਾਂ ਜੀਵਨ ਅਤੇ ਮੌਤ ਦੇ ਚੱਕਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜੈਨ ਧਰਮ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰਦਾ, ਉਹ ਆਤਮਾ ਦੀ ਨੂੰ ਵੀ ਸਵੀਕਾਰ ਕਰਦਾ। ਬੁੱਧ ਨੇ ਮੱਧ ਮਾਰਗ, ਭਾਵ ਨਾ ਜ਼ਿਆਦਾ ਕਠੋਰ ਤਪ ਅਤੇ ਨਾ ਜ਼ਿਆਦਾ ਐਸ਼ੋ ਆਰਾਮ। ਬੁੱਧ ਨੇ ਮੱਧ ਮਾਰਗ ਅਪਣਾਉਣ ਦੀ ਸਿੱਖਿਆ ਵੀ ਦਿੱਤੀ, ਜਿਸ ਦਾ ਅਰਥ ਹੈ ਕਿ ਨਾ ਤਾਂ ਵਿਅਕਤੀ ਨੂੰ ਕਠੋਰ ਤਪੱਸਿਆ ਦੁਆਰਾ ਆਪਣੇ ਸਰੀਰ ਨੂੰ ਜ਼ਿਆਦਾ ਕਸ਼ਟ ਦੇਣਾ ਹੈ ਅਤੇ ਨਾ ਹੀ ਜੀਵਨ ਨੂੰ ਵਿਅਰਥ ਦੇ ਭੋਗ ਪਲਾਸਾਂ ਵਿੱਚ ਡੁਬੋ ਕੇ ਰੱਖਣਾ ਚਾਹੀਦਾ ਹੈ। ਭਾਵ ਨਾ ਜ਼ਿਆਦਾ ਕਠੋਰ ਤਪ ਕਰੋ, ਨਾ ਜ਼ਿਆਦਾ ਐਸ਼ੋ ਆਰਾਮ ਕਰੋ, ਵਿਚਕਾਰ ਜੇ ਚੱਲੋ। ਉਹਨਾਂ ਨੇ ਬੋਧੀ ਸੰਘ ਦੀ ਸਥਾਪਨਾ ਕੀਤੀ, ਜੋ ਬੋਧੀ ਭਿਕਸ਼ੂਆਂ ਦੀ ਸਰਬ ਉੱਚ ਸੰਸਥਾ ਸੀ। ਇਹ ਕੁਐਸਚਨ ਆ ਸਕਦਾ ਕਿ ਬੋਧੀ ਭਿਕਸ਼ੂਆਂ ਦੀ ਸਰਬ ਉੱਚ ਸੰਸਥਾ ਕਿਹੜੀ ਸੀ? ਬੋਧੀ ਸੰਘ।
ਸਾਰੇ ਭਿਕਸ਼ੂ ਅਤੇ ਭਿਕਸ਼ੁਣੀਆਂ ਬੋਧੀ ਸੰਘ ਦੇ ਮੈਂਬਰ ਹੁੰਦੇ ਸਨ। ਜੋ ਲੋਕ ਭਿਕਸ਼ੂ ਨਹੀਂ ਬਣਨਾ ਚਾਹੁੰਦੇ ਸਨ ਉਹ ਉਪਾਸਕ ਦੇ ਰੂਪ ਵਿੱਚ ਧਰਮ ਦਾ ਪਾਲਣ ਕਰ ਸਕਦੇ, ਭਾਵ ਫੋਲੋਵਰ ਉਪਾਸਕ ਬਣ ਸਕਦੇ ਸਨ। ਬੁੱਧ ਧਰਮ ਨੇ ਜੀਵਨ ਵਿੱਚ ਬਹੁਤ ਸਾਰੀਆਂ ਨੈਤਿਕ ਗੱਲਾਂ ਦੀ ਸਿੱਖਿਆ ਦਿੱਤੀ। ਕਿਸੇ ਨੂੰ ਨਾ ਮਾਰਨਾ, ਅਹਿੰਸਾ, ਸੱਚ ਬੋਲਣਾ, ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾ ਕਰਨਾ, ਧਨ ਨਾ ਲੈਣਾ ਅਤੇ ਨਾ ਹੀ ਰੱਖਣਾ, ਸਮੇਂ ਸਿਰ ਭੋਜਨ ਕਰਨਾ, ਪਰਾਈ ਸੰਪੱਤੀ ਉੱਤੇ ਨਜ਼ਰ ਨਾ ਰੱਖਣਾ। ਬੁੱਧ ਦੀਆਂ ਸਾਰੀਆਂ ਸਿੱਖਿਆ 3 ਮੁੱਖ ਗ੍ਰੰਥਾਂ 'ਚ ਨੇ। ਇਹਨਾਂ ਨੂੰ ਤ੍ਰਿਪਿਟਕ, ਦੇਖੋ ਜੈਨ ਧਰਮ ਦਾ ਤ੍ਰਿਰਤਨ KFC, ਰਾਈਟ ਨੌਲੇਜ, ਰਾਈਟ ਫੇਥ, ਰਾਈਟ ਕੰਡਕਟ, ਅਤੇ ਇਹਦੇ 'ਚ 3 ਗ੍ਰੰਥ, ਇਹਨੂੰ ਕਹਿੰਦੇ ਤ੍ਰਿਪਿਟਕ। ਮਹਾਤਮਾ ਬੁੱਧ ਦੀ ਮੌਤ ਪਿੱਛੋਂ ਛੇਤੀ ਹੀ ਉਹਨਾਂ ਦਾ ਧਰਮ ਦੂਰ ਦੂਰ ਤੱਕ ਫੈਲ ਗਿਆ। ਕਈ ਮਹਾਨ ਰਾਜਿਆਂ ਨੇ ਇਸ ਧਰਮ ਨੂੰ ਅਪਣਾਇਆ। ਇਹਨਾਂ ਵਿੱਚ ਅਸ਼ੋਕ, ਮੌਰਿਆ ਵੰਸ਼, ਕਨਿਸ਼ਕ, ਹਰਸ਼ਵਰਧਨ ਆਦਿ ਰਾਜੇ ਪ੍ਰਸਿੱਧ ਸਨ। ਅਸ਼ੋਕ ਨੇ ਬੁੱਧ ਧਰਮ ਦੇ ਬਹੁਤ ਸਾਰੇ ਪ੍ਰਚਾਰਕ ਵਿਦੇਸ਼ਾਂ ਵਿੱਚ ਭੇਜੇ। ਉਹਨਾਂ ਨੇ ਆਪਣੀ ਪੁੱਤਰੀ ਸੰਘਮਿੱਤਰਾ ਨੂੰ ਸ਼੍ਰੀਲੰਕਾ 'ਚ ਭੇਜਿਆ ਸੀ ਬੁੱਧ ਧਰਮ ਦਾ ਪ੍ਰਚਾਰ ਕਰਨ ਦੇ ਲਈ। ਆਪਣੀ ਪੁੱਤਰੀ ਅਤੇ ਪੁੱਤਰ ਮਹਿੰਦਰ ਨੂੰ ਭੇਜਿਆ ਸੀਗਾ ਸ਼੍ਰੀਲੰਕਾ ਦੇ ਵਿੱਚ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ। ਉਸ ਦੇ ਯਤਨਾਂ ਨਾਲ ਬੁੱਧ ਧਰਮ ਚੀਨ, ਮਿਆਂਮਾਰ, ਬਰਮਾ, ਸ਼੍ਰੀਲੰਕਾ, ਮੱਧ ਏਸ਼ੀਆ ਅਤੇ ਦੱਖਣੀ ਪੂਰਬੀ ਏਸ਼ੀਆ ਦੇ ਵਿੱਚ ਬਹੁਤ ਹਰਮਨ ਪਿਆਰਾ ਹੋ ਗਿਆ ਅਤੇ ਅੱਜ ਵੀ ਚੀਨ ਦੇ ਵਿੱਚ ਬੁੱਧ ਧਰਮ ਦਾ ਪ੍ਰਸਾਰ ਹੈ। ਕੁਸ਼ਾਨ ਕਾਲ ਵਿੱਚ ਬੁੱਧ ਧਰਮ ਮਹਾਯਾਨ ਅਤੇ ਹੀਨਯਾਨ 2 ਹਿੱਸਿਆਂ ਵਿੱਚ ਵੰਡਿਆ ਗਿਆ। ਕੁਸ਼ਾਨ ਕਾਲ ਆਇਆ ਕਨਿਸ਼ਕ ਦੇ ਹਿੱਸੇ। ਮਹਾਯਾਨ ਦਾ ਅਰਥ ਹੈ ਵੱਡਾ ਜਾਨ। ਇਸ ਦੇ ਅਨੁਯਾਈ ਬੁੱਧ ਦੀ ਮੂਰਤੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਸਨ। ਜੇਕਰ ਤੁਹਾਨੂੰ ਕੁਐਸਚਨ ਆ ਜੇ ਕਿ ਬੁੱਧ ਧਰਮ ਵਿੱਚ ਮੂਰਤੀ ਪੂਜਾ ਕਦੋਂ ਪ੍ਰਚਲਿਤ ਹੋਈ, ਕਿਹੜੇ ਕਾਲ ਦੇ ਵਿੱਚ? ਕੁਸ਼ਾਨ ਕਾਲ ਦੇ ਵਿੱਚ। ਕੌਣ ਮੰਨਦੇ ਨੇ? ਮਹਾਯਾਨ ਵਾਲੇ। ਬੁੱਧ ਧਰਮ ਦੀ ਮੂਰਤੀ ਪੂਜਾ ਵਿੱਚ ਉਹ ਵਿਸ਼ਵਾਸ ਰੱਖਦੇ ਨੇ ਅਤੇ ਬੁੱਧ ਦੀ ਭਗਵਾਨ ਦੇ ਰੂਪ ਵਿੱਚ ਪੂਜਾ ਕਰਦੇ ਨੇ, ਭਾਵ ਉਹ ਬੁੱਧ ਨੂੰ ਉਹਨਾਂ ਨੇ ਭਗਵਾਨ ਦਾ ਦਰਜਾ ਦਿੱਤਾ ਅਤੇ ਉਹਦੀ ਮੂਰਤੀ ਪੂਜਾ ਵੀ ਕਰਦੇ ਨੇ। ਹੀਨਯਾਨ ਦੇ ਅਨੁਯਾਈ ਮਹਾਤਮਾ ਬੁੱਧ ਨੂੰ ਇੱਕ ਮਹਾਨ ਸਿੱਖਿਅਕ, ਉਹ ਕਹਿੰਦੇ ਇੱਕ ਵਿਦਵਾਨ ਆ, ਇੱਕ ਫਿਲੋਸਫਰ ਆ, ਇਹ ਸਿਖਾਉਣ ਵਾਲਾ ਹੈ, ਉਹਨਾਂ ਦੀ ਸਿੱਖਿਆ ਦੇ ਪਾਲਣ ਕਰਦੇ ਨੇ। ਉਹਨਾਂ ਨੇ ਬੁੱਧ ਨੂੰ ਪਰਮਾਤਮਾ ਦਾ ਨਾ ਹੀ ਰੂਪ ਦਿੱਤਾ, ਨਾ ਹੀ ਉਹਨਾਂ ਨੇ ਮੂਰਤੀ ਪੂਜਾ, ਭਾਵ ਉਹਨਾਂ ਨੇ ਬੁੱਧ ਦੀਆਂ ਮੂਰਤੀਆਂ ਬਣਾਈਆਂ ਹੀਨਯਾਨ ਵਾਲਿਆਂ ਨੇ। ਇਸ ਤਰ੍ਹਾਂ ਅਸੀਂ ਪਾਠ ਨੰਬਰ 11 ਪੜ੍ਹਿਆ ਅਤੇ ਜੋ ਇਸ ਦੇ 16 ਮਹਾਜਨਪਦ ਨੇ ਉਹਨਾਂ ਦੀ ਇੱਕ ਵੱਖਰੀ ਵੀਡੀਓ ਬਣਾਵਾਂਗਾ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਧੰਨਵਾਦ।